ਚਾਣਕ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਪੰਜਾਬੀ ਦਾ ਟੌਪਿਕ ਨਾਮ ਜੋ ਕੀਤਾ ਸੀ, ਆਈ ਥਿੰਕ ਉਸ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਅੱਜ ਆਪਾਂ ਨੈਕਸਟ ਟੌਪਿਕ ਕਰਨ ਜਾ ਪੜ੍ਹਾਮ। ਪੜ੍ਹਨਾਮ ਪੰਜਾਬੀ ਦੇ ਵਿੱਚ ਕਾफ़ी ज़्यादा ਇੰਪੋਰਟੈਂਟ ਟੌਪਿਕ ਆ। ਜੇ ਆਪਾਂ ਗੱਲ ਕਰ ਲਈਏ ਪੜ੍ਹਨਾਮ ਦੀ, ਪੜ੍ਹਨਾਮ ਕਿਉਂ ਯੂਜ਼ ਕੀਤਾ ਜਾਂਦਾ ਗਾ, ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਇਸ ਦੀ ਐਕਸਪਲੇਸ਼ਨ ਪਤਾ ਹੋਣੀ ਚਾਹੀਦੀ ਆ। ਪੜ੍ਹਨਾਮ ਉਹ ਸ਼ਬਦ ਹੁੰਦੇ ਨੇ ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਜਾਂਦੇ ਨੇ। ਹੁਣ ਅਸੀਂ ਛੋਟੇ ਹੁੰਦੇ 3rd 4th ਦੇ ਵਿੱਚ ਇੱਕ ਲੇਖ ਲਿਖਦੇ ਸੀ, ਮੇਰਾ ਸਕੂਲ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ। ਤਾਂ ਉੱਥੇ ਅਸੀਂ ਕੀ ਕਰਦੇ ਸੀਗੇ, ਇੱਕ ਵਾਰ ਨਾਮ ਲਿਖਣ ਤੋਂ ਬਾਅਦ, ਜਿਸ ਤਰ੍ਹਾਂ ਮੇਰੇ ਸਕੂਲ ਦਾ ਨਾਮ ਲਿਖ ਕੇ ਉਸ ਤੋਂ ਬਾਅਦ ਕੀ ਕਰਦੇ ਸੀਗੇ, ਇਸ ਵਿੱਚ ਇੰਨੇ ਕਮਰੇ ਹਨ, ਇਹ ਇੰਨਾ ਵੱਡਾ ਹੈ, ਇਸ ਵਿੱਚ ਇੰਨੇ ਅਧਿਆਪਕ ਪੜ੍ਹਾਉਂਦੇ ਹਨ। ਕਹਿਣ ਦਾ ਭਾਵ ਇਸ ਵਿੱਚ ਜੋ ਸ਼ਬਦ ਆਉਂਦੇ ਸੀ ਇਹ, ਉਹ, ਉਹਨਾਂ, ਇਹ ਸਾਰੇ ਸ਼ਬਦ ਕੀ ਨੇ, ਪੜ੍ਹਨਾਮ ਨੇ। ਪੜ੍ਹਨਾਮ ਦੀ ਵਰਤੋਂ ਕਿਉਂ ਕੀਤੀ ਜਾਂਦੀ ਆ? ਪੜ੍ਹਨਾਮ ਦੀ ਵਰਤੋਂ ਆ ਜਿਹੜੀ ਉਹ ਲਿਖਤ ਨੂੰ ਛੋਟਾ ਕਰਨ ਦੇ ਲਈ ਵਰਤੀ ਜਾਂਦੀ ਆ। ਇੱਕ ਲਿਖਤ ਇਸ ਨਾਲ ਕੀ ਆ, ਛੋਟੀ ਹੋ ਜਾਂਦੀ ਆ। ਨੰਬਰ 2 ਤੇ ਇਸ ਦਾ ਜਿਹੜਾ ਪ੍ਰਭਾਵ ਜਿਹੜਾ ਆਪਣਾ ਲਿਖਤ ਦੇ ਵਿੱਚ ਪੈਂਦਾ ਗਾ, ਕਿਉਂਕਿ ਜੇਕਰ ਵਾਰ-ਵਾਰ ਉਹੀ ਸ਼ਬਦ ਆ ਜਿਹੜੇ ਰਿਪੀਟ ਹੋਈ ਜਾਣ ਤਾਂ ਜਿਹੜੀ ਉਹ ਲਿਖਤ ਆ ਉਹਦੇ ਵਿੱਚ ਕੋਈ ਰੁਚੀ ਨਹੀਂ ਹੋਵੇਗੀ, ਅਟੁੱਕਵੀਂ ਲਿਖਤ ਲੱਗੇਗੀ। ਸੋ ਇਸ ਕਰਕੇ ਪੜ੍ਹਨਾਮ ਦੀ ਜਿਹੜੀ ਵਰਤੋਂ ਪੰਜਾਬੀ ਦੇ ਵਿੱਚ ਕੀਤੀ ਜਾਂਦੀ ਆ, ਇਸ ਨੂੰ ਇੰਗਲਿਸ਼ ਦੇ ਵਿੱਚ ਪ੍ਰਨਾਉਨ ਦਾ ਨਾਂ ਦਿੱਤਾ ਜਾਂਦਾ ਗਾ। ਤਾਂ ਸਭ ਤੋਂ ਪਹਿਲਾਂ ਸਾਨੂੰ ਦੇਖਣ ਦੀ ਲੋੜ ਹੈ ਕਿ ਪੜ੍ਹਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਪੇਪਰ ਦੇ ਵਿੱਚ ਪੁੱਟ ਕੀਤੀਆਂ ਜਾਂਦੀਆਂ ਨੇ। ਤਾਂ ਪੜ੍ਹਨਾਮ ਦੀਆਂ ਕਿਸਮਾਂ ਜਿਹੜੀਆਂ ਹੁੰਦੀਆਂ ਨੇ ਉਹ 6 ਹੁੰਦੀਆਂ ਨੇ ਜੀ। ਤਾਂ ਸਭ ਤੋਂ ਪਹਿਲਾਂ ਸਾਨੂੰ ਜਾਣਨ ਦੀ ਲੋੜ ਆ ਪੜ੍ਹਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਜੀ, 6। ਤੇ ਇਸ ਤੋਂ ਬਾਅਦ ਇਹਨਾਂ 6 ਕਿਸਮਾਂ ਦੇ ਉੱਪਰ ਹੀ ਕਵਚਨ ਜਿਹੜੇ ਐਗਜ਼ਾਮੀਨਰ ਵੱਲੋਂ ਪੁੱਟ ਕੀਤੇ ਜਾ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਸ ਵਿੱਚ ਪੁਰਖਵਾਚਕ ਪੜ੍ਹਨਾਮ। ਪੁਰਖਵਾਚਕ ਪੜ੍ਹਨਾਮ ਤੋਂ ਕੀ ਭਾਵ ਹੈ? ਜਿਹੜੇ ਪੜ੍ਹਨਾਮ ਕੇਵਲ ਪੁਰਖਾਂ ਲਈ ਵਰਤੇ ਜਾਂਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਪੁਰਖਵਾਚਕ ਪੜ੍ਹਨਾਮ ਆਖਦੇ ਹਾਂ ਜੀ। ਦੇਖੋ ਜਿਹੜਾ ਪੁਰਖਵਾਚਕ ਪੜ੍ਹਨਾਮ ਆ, ਇਸ ਨੂੰ ਅੱਗੇ 3 ਸਬ ਟਾਈਪਸ ਦੇ ਵਿੱਚ ਵੰਡਿਆ ਹੋਇਆ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ। ਇਹ ਜਿਹੜਾ ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ, ਇਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਫਸਟ ਪਰਸਨ, ਸੈਕੰਡ ਪਰਸਨ ਤੇ ਥਰਡ ਪਰਸਨ ਕਹਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਜੇ ਆਪਾਂ ਇੱਕ ਐਗਜ਼ਾਮਪਲ ਦੇ ਅਕੋਰਡਿੰਗ ਦੇਖੀਏ, ਇੱਥੇ ਜੇ ਆਪਾਂ ਇਸ ਨੂੰ ਇੱਕ ਐਗਜ਼ਾਮਪਲ ਦੇ ਤੌਰ 'ਤੇ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇੱਥੇ ਦੇਖੋ, ਜੇਕਰ ਆਪਾਂ ਇਸ ਤਰ੍ਹਾਂ ਇਸ ਨੂੰ ਇੱਕ ਥੋੜ੍ਹਾ ਜਿਹਾ ਤਰੀਕੇ ਨਾਲ ਸਮਝਦੇ ਹਾਂ ਤੇ ਉੱਤਮ ਪੁਰਖ ਕੌਣ ਹੁੰਦਾ ਗਾ? ਵਾਕ ਦੇ ਵਿੱਚ ਜਿਹੜਾ ਵਿਅਕਤੀ ਗੱਲ ਕਰ ਰਿਹਾ ਹੈਗਾ, ਵਾਕ ਦੇ ਵਿੱਚ ਫਰਜ਼ ਕਰੋ ਇੱਥੇ ਮੈਂ ਗੱਲ ਕਰ ਰਿਹਾ ਤਾਂ ਮੈਂ ਆਪਣੇ ਲਈ ਸ਼ਬਦ ਕਿਹੜੇ ਵਰਤੂੰਗਾ? ਮੈਂ, ਮੈਨੂੰ, ਮੇਰਾ, ਅਸੀਂ। ਜਿਵੇਂ ਇਸ ਤਰ੍ਹਾਂ ਮੈਂ, ਮੈਨੂੰ, ਮੇਰਾ, ਅਸੀਂ। ਸੋ ਇਸ ਨੂੰ ਆਪਾਂ ਕੀ ਕਹਾਂਗੇ ਜੀ, ਉੱਤਮ ਪੁਰਖ। ਜਿਵੇਂ ਇੱਥੇ ਲਿਖਿਆ ਜੀ ਮੈਂ, ਮੈਨੂੰ, ਮੇਰਾ, ਅਸੀਂ, ਸਾਡਾ। ਸੋ ਇਹ ਜਿਹੜੇ ਸ਼ਬਦ ਨੇ ਵਾਕ ਦੇ ਵਿੱਚ ਜਿਹੜਾ ਵਿਅਕਤੀ ਗੱਲ ਕਰ ਰਿਹਾ ਉਸ ਨੂੰ ਕੀ ਕਿਹਾ ਜਾਂਦਾ ਜੀ, ਉੱਤਮ ਪੁਰਖ। ਸੈਕੰਡਲੀ, ਜਿਸ ਨਾਲ ਗੱਲ ਕੀਤੀ ਜਾਂਦੀ ਆ, ਵਿਅਕਤੀ ਜਿਸ ਨਾਲ ਗੱਲ ਕਰਦਾ ਹੈ ਤਾਂ ਉਸ ਲਈ ਕਿਹੜੇ ਸ਼ਬਦ ਵਰਤੇਗਾ ਜੀ? ਦੇਖੋ ਜੀ, ਤੂੰ, ਤੁਹਾਡਾ, ਤੁਸੀਂ, ਤੁਹਾਡੇ, ਤੇਰਾ। ਸੋ ਇਹ ਜਿਹੜੇ ਸ਼ਬਦ ਨੇ ਇਹ ਮੱਧਮ ਪੁਰਖ ਦੀਆਂ ਐਗਜ਼ਾਮਪਲਾਂ ਨੇ। ਕਹਿਣ ਦਾ ਭਾਵ ਮੱਧਮ ਪੁਰਖ ਉਹ ਹੁੰਦਾ ਹੈ ਜਿਸ ਨਾਲ ਗੱਲ ਕੀਤੀ ਜਾਂਦੀ ਹੈ। ਐਂਡ ਥਰਡ ਗੱਲ ਕਰ ਲਈਏ, ਜਿਸ ਬਾਰੇ ਗੱਲ ਕੀਤੀ ਜਾਂਦੀ ਆ। ਠੀਕ ਹੈ, ਆਪਾਂ ਇੱਥੇ ਲਿਖਿਆ ਹੋਇਆ ਜੀ ਜਿਸ ਬਾਰੇ ਗੱਲ ਕੀਤੀ ਜਾਂਦੀ ਆ। ਠੀਕ ਹੈ, ਆਪਾਂ ਹੁਣ ਜਿਸ ਬਾਰੇ ਗੱਲ ਕਰਾਂਗੇ ਉਹਦੇ ਲਈ ਕਿਹੜੇ ਸ਼ਬਦ ਯੂਜ਼ ਕਰਾਂਗੇ? ਜਿਵੇਂ ਕਰਾਂਗੇ ਉਹ, ਉਹਨਾਂ, ਉਸ ਨੂੰ, ਉਹਦੇ। ਠੀਕ ਹੈ, ਸੋ ਇਹ ਪੰਜਾਬੀ ਦੇ ਵਿੱਚ ਪੁਰਖਵਾਚਕ ਪੜ੍ਹਨਾਮ ਦੀਆਂ 3 ਜਿਹੜੀਆਂ ਉਹ ਸਬ ਟਾਈਪਸ ਨੇ ਜਿਹੜੀਆਂ ਅਸੀਂ ਯਾਦ ਰੱਖਣੀਆਂ ਹੁੰਦੀਆਂ ਨੇ। ਤਾਂ ਪੇਪਰ ਦੇ ਵਿੱਚ ਐਗਜ਼ਾਮੀਨਰ ਵੱਲੋਂ ਕੁਐਸਚਨ ਕੀ ਪੁੱਟ ਕੀਤਾ ਜਾਂਦਾ ਗਾ? ਉਸ ਵੱਲੋਂ ਕੀ ਪੁੱਟ ਕੀਤਾ ਜਾਂਦਾ ਗਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ? ਤਾਂ ਉੱਥੇ ਕਈ ਵਾਰੀ ਐਗਜ਼ਾਮੀਨਰ ਦੁਆਰਾ ਇਹ ਕੁਐਸਚਨ ਬਣਾਉਂਦਾ, ਮੰਨ ਲਓ ਉਸਨੇ ਲਿਖਤਾ ਮੈਂ, ਮੈਨੂੰ, ਮੇਰਾ, ਅਸੀਂ। ਮੰਨ ਲਓ ਨੇ ਇਹ ਐਗਜ਼ਾਮਪਲ ਲਿਖਤੀ, ਇੱਕ ਇੱਥੇ ਪਾਤੀ ਤੁਸੀਂ। ਤਾਂ ਜਿਹੜਾ ਇਹ ਵਾਲਾ ਜੁੱਟ ਆ ਇਹ ਰੋਂਗ ਹੋ ਜਾਊਗਾ, ਕਿਉਂਕਿ ਇਸ ਦੇ ਵਿੱਚ ਕੀ ਆ ਜੀ, ਇਸ ਦੇ ਵਿੱਚ ਇੱਕ ਜਿਹੜਾ ਵਰਡ ਆ ਉਹ ਤੁਸੀਂ ਆ ਗਿਆ, ਜੋ ਕਿ ਸੈਕੰਡ ਜਿਹੜਾ ਪਰਸਨ ਦੀ ਐਗਜ਼ਾਮਪਲ ਆ ਮੱਧਮ ਪੁਰਖ ਦੀ। ਇਸ ਕਰਕੇ ਇਹ ਜਿਹੜਾ ਆਨਸਰ ਆ ਇੱਥੇ ਰੋਂਗ ਹੋ ਜਾਊਗਾ। ਜੇਕਰ ਆਪਾਂ ਇਹਨੂੰ ਇੱਥੇ ਤੱਕ ਦੇਖੀਏ ਤਾਂ ਇਹ ਕੀ ਬਣ ਜਾਏਗਾ ਜੀ, ਸਹੀ ਹੋ ਜਾਏਗਾ। ਸੋ ਇਸ ਕਰਕੇ ਇਸ ਤਰ੍ਹਾਂ ਵੀ ਕੁਐਸਚਨ ਪੇਪਰ ਦੇ ਵਿੱਚ ਬਣ ਸਕਦਾ। ਸੈਕੰਡਲੀ, ਪਟਵਾਰੀ ਦੇ ਵਿੱਚ ਕੁਐਸਚਨ ਪੁੱਟ ਕੀਤਾ ਗਿਆ ਸੀਗਾ, ਜਿਵੇਂ ਉਹਨਾਂ ਨੇ ਪੁੱਛ ਲਿਆ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਪੜ੍ਹਨਾਮ ਨਹੀਂ ਹੈ। ਕੀ ਲਿਖਿਆ ਸੀਗਾ? ਮੈਂ ਲਿਖਤਾ, ਉਸ ਤੋਂ ਬਾਅਦ ਤੂੰ, ਸੈਕੰਡ ਆਪਸ਼ਨ ਦੇ ਵਿੱਚ ਕੱਲਾ ਕੱਲਾ ਪਾ ਕੇ ਤੁਸੀਂ ਲਿਖਤਾ ਜਾਂ ਉਹ ਲਿਖਤਾ। ਇੱਕ ਲਿਖਤਾ ਇੱਥੇ ਡੀ ਆਪਸ਼ਨ ਦੇ ਵਿੱਚ
कोई, तो इस करके जिहड़ा कोई आंसर ऑफ कोई पड़नाम नहीं हैगा। तो मैं भी पड़नाम आ, तू भी पड़नाम आ ते वो भी पड़नाम आ। सो इस करके इस तरीके नाल जिहड़े क्वेश्चन इत्थों पुट कीते जा सकते हैं। नैक्सट आपां गल कर लीए सैकेंड हैगा जी अपना देखिए निजवाचक पड़नाम। तो काफ़ी ज़्यादा इंपॉर्टेंट आ निजवाचक पड़नाम। सो इसकी जिहड़ी एक्सप्रेशन आ उसनूं की कहांगे आपां, जदों वाक दा करता खुद काम करता है तो उसनूं की कहांगे निजवाचक पड़नाम कहांगे। तो देखो जी किस तरह, जिस तरह जिहड़ा निजवाचक पड़नाम हुंदा गा, जे आपां गल कर लईए जदों वाक दा करता खुद काम करता होवे, जदों जिहड़ा वाक दा करता गा वो खुद काम करता होवे तो उसनूं असीं की कहने आ निजवाचक पड़नाम आखदे हां। क्योंकि जेकर आपां गल कर लईए निज तो हुंदा निजी, आपां कहने आ ये मेरा निजी मसला गा, निजी प्रॉपर्टी आ, तो इस करके कहंदा जिहड़े साडे अपने नाल संबंध हुंदा, ਜਦੋਂ ਵਾਕ ਦਾ ਕਰਤਾ ਖੁਦ ਕੰਮ ਕਰਦਾ ਉਸ ਨੂੰ ਕੀ ਕਹਿਣਾ ਸੀ ਨਿਜਵਾਚਕ ਪੜਨਾਮ। ਜੇ ਮੈਂ ਇੱਥੇ ਐਗਜ਼ਾਮਪਲ ਲੈਣਾ, ਮੈਂ ਇੱਥੇ ਕਹਾਂ ਵੀ ਪੰਜਾਬੀ ਦੇ ਵਿੱਚ ਜਿਹੜੀ ਹੈਗੀ ਵਾਕ ਬਣਤਰ ਕੀ ਆ, ਪੰਜਾਬੀ ਦੇ ਵਿੱਚ ਵਾਕ ਬਣਤਰ ਦੇਖੋ ਜਿਵੇਂ ਇੱਥੇ ਇੱਕ ਵਾਕ ਲਿਆ ਮਾਤਾ ਜੀ ਰੋਟੀ ਪਕਾ ਰਹੇ ਹਨ, ਤਾਂ ਇਹਦੇ ਵਿੱਚ ਮਾਤਾ ਜੀ ਕੀ ਆ ਜੀ ਆਪਣੇ ਕਰਤਾ ਜਿਹੜੇ ਕੰਮ ਨੂੰ ਕਰ ਰਹੇ ਨੇ। ਜੋ ਵਾਕ ਦੇ ਵਿੱਚ ਕਰਤਾ ਹੁੰਦਾ ਉਹ ਹਮੇਸ਼ਾ ਕੰਮ ਕਰਦਾ ਹੁੰਦਾ। ਸੈਕੰਡ ਕੀ ਆ ਜੀ ਪਕਾਉਣਾ ਕੀ ਆ, ਇੱਥੇ ਮਾਤਾ ਜੀ ਆ करता, रोटी की उन्हों का जी कर्म, रोटी की हो गया जी उन्हों का कर्म, कर्म कहने जी आप कक्का रारा मम्मा कर्म। उस तो बाद की आ पकाउणा इत्थे की हो गया जी किरिया। सो कहने का भाव पंजाबी दे विच जिहड़ी वाक बनतर हुंदी आ सब तो पहला करता आएगा, फिर कर्म आएगा, फिर थर्ड ते क्रिया आएगी। पर इंग्लिश दे विच की हुंदा सब तो पहला की आएगा सबजैक्ट आएगा, सैकेंडली वर्ब आएगा एंड थर्ड की आएगा जी ऑब्जैक्ट आएगा। ठीक है, उत्थे जिहड़ा इस प्रकार जिहड़ी वाक बनतर हुंदी है। जे मैं गल करा मैं फुटबाल खेड रहा हाँ तो पंजाबी दे विच की आएगा मैं फुटबाल खेड रहा हाँ। इंग्लिश इस वर्ड नूं आपां देखिए आई प्ले द फुटबाल। सो इस करके पंजाबी दे विच जिहड़ा कर्म आ वो सेंटर दे विच आउंदा ते जिहड़ा इंग्लिश दे विच अपना जिहड़ा लास्ट दे विच आउंदा जी कर्म। ठीक है, तो इस करके आपां याद रख सकते हैं। तो इत्थों की आ जिहड़े शब्द तो अपन पता लगता वाक दे करता भी जिहड़ा खुद काम कर रहा। मैं जिवें इत्थे एग्जाम्पल बोला भी मैं अपना काम आप कीता, मैं अपना काम आप कीता, जो सानू पता लगता भी जिहड़ा काम साडे द्वारा हो रहा गा वाक दे करता द्वारा हो रहा तो वह जिहड़ा पंजाबी दे विच निजवाचक पड़नाम हुंदा गा। मान लिखता मैं आप काम कीता, तो यह भी जिहड़ा की आ निजवाचक पड़नाम है। जां मुंडे आपस विच लड़दे हन तो कहने का भाव की आ निजवाचक पड़नाम। पंजाबी दे विच एक गल याद रखने की लोड़ है कि निजवाचक पड़नाम आप शब्द सिर्फ एक बार नहीं हुंदा, जदों असीं किसी दे सत्कार दे लई वरतदे हां। देखो जदों असीं किसी सत्कार लई जिहड़ा आप शब्द वरतीए तो निजवाचक पड़नाम नहीं होवेगा। सो जे मैं तुहानूं एग्जाम्पल देवां, जदों असीं श्री गुरु नानक देव जी लेख लिखते हैं तो उस वे दे विच असीं लिखते सीगे आप जी दे पिता का नाम, आप जी दे माता का नाम। सो उत्थे जिहड़ा शब्द आप आया उत्थे असीं वो अपने लिए यूज नहीं किया, वो किस लिए किया श्री गुरु नानक देव जी। ਜਾਂ फिर ਤੁਹਾਡੇ घर गैसट आउंदे ने असीं बोलते हैं कि आप है तुहाडा धन भाग, तो वो असीं सत्कार लई वरतदे हां। जदों पंजाबी दे विच आप शब्द किसी सत्कार दे लई वरतिया जावे तो उस समय वो की होगा निजवाचक पड़नाम नहीं होवेगा। तो ज़्यादातर की हो गया जदों बाकी सेंटेंसां दे विच आउंदा गा तो आप शब्द जिहड़ा होवेगा निजवाचक पड़नाम होवेगा। आई थिंक तुहानूं समझ लग गया होना। तो आपां अगे देखते हैं नैक्सट जी अगली जिहड़ी किस्म उस वाल वधदे हां। तो नैक्सट जिहड़ा हैगा देखो जी जिहड़ी इहदी नैक्सट किस्म अगला हैगा जी अनिश्चयवाचक पड़नाम। अगला हैगा जी निश्चयवाचक अनिश्चयवाचक पड़नाम। ये थर्ड किस्म जी अपनी आ गई अनिश्चयवाचक पड़नाम। देखो अनिश्चयवाचक तो अपन नाम तो ही क्लीयर हो रहा भी जिथे किसी चीज़ का सानू अनिश्चय होवे पक्का ज्ञान ना होवे। ठीक है, जदों सानू किसी दूर जां नेड़े पई चीज़ बारे पक्का निश्चय ना होवे, वो चीज़ दूर भी हो सकती है तो साडे नेड़े भी हो सकती है। तो जेकर एग्जाम्पल लै लीए असी आसमान दे विच देख रहे हैं कोई पंछी उड्डे जा रहे हैं, ठीक है, तो मैं कहा कोई पंछी उड़ रहा है, ठीक है, तो इत्थे मेरा अनिश्चय गा। ठीक है, जे मैं इस सेंटेंस में लावां पंछी कबूतर आसमान दे विच उड़ रहा है तो यह मेरा की आ निश्चय गा। ठीक है, जां मैं इत्थे एक सेंटेंस लिखिया अज कई गैर हाज़र सन। सो अज कई गैर हाज़र सन तो भाव की आ कि सानू उन्हां दी गिनती नहीं पता कई।
ठीक है, ਜਾਂ ਕਿਤੇ ਆ ਜੇ ਕੋਈ ਗਾ ਰਿਹਾ ਹੈ, ठीक है, ਤੇ ਕੋਈ ਆ ਰਿਹਾ ਹੈ, ਜਾਂ ਫਿਰ ਕੋਈ ਸਾਡੇ ਤੋਂ ਕੋਈ ਗੁਰੂ ਘਰ ਦੂਰ ਆ, ਜਾਂ ਮੈਂ ਕਹਾਂ ਕਿਸ ਲੱਗਦਾ ਸਾਹਮਣੇ ਗੁਰੂ ਘਰ ਹੈ, ਉਹ ਮੇਰਾ ਅਨਿਸ਼ਚੈ ਹੈਗਾ। ठीक है, तो इस करके ਜਦੋਂ ਸਾਨੂੰ ਕਿਸੇ ਚੀਜ਼ ਬਾਰੇ ਪੱਕਾ ਗਿਆਨ ਨਾ ਹੋਵੇ, ਚਾਹੇ ਉਹ ਦੂਰ ਪਈ ਆ ਚਾਹੇ ਉਹ ਨੇੜੇ ਪਈ ਆ, ਤਾਂ ਉਸ ਨੂੰ ਅਸੀਂ ਕੀ ਕਹਾਂਗੇ ਜੀ, ਅਨਿਸ਼ਚੈਵਾਚਕ ਪੜਨਾਮ। ਆਮ ਤੌਰ ਤੇ ਇਸ ਦੀਆਂ ਐਗਜ਼ਾਮਪਲਾਂ ਇਹਨੇ ਪੇਪਰ ਵਿੱਚ ਪੁੱਛੀਆਂ ਜਾਂਦੀਆਂ ਨੇ ਵੀ ਕੋਈ ਖਾਣਾ ਖਾ ਰਿਹਾ ਹੈ, ਕੋਈ ਖਾਣਾ ਖਾ ਰਿਹਾ ਹੈ, ਤਾਂ ਕੀ ਆ, ਅਨਿਸ਼ਚੈਵਾਚਕ ਪੜਨਾਮ ਆ। ਤਾਂ ਕਹਿੰਦਾ ਕੋਈ ਵੀ ਹੋ ਸਕਦਾ। ਉਸ ਤੋਂ ਬਾਅਦ ਜੇ ਆਪਾਂ ਇੱਥੇ ਗੱਲ ਕਰ ਲਈਏ ਦੀ 5th ਕਿਸਮ ਦੀ ਨਿਸ਼ਚੈਵਾਚਕ ਪੜਨਾਮ, ਇਹਦੇ ਉਲਟ ਹੁੰਦਾ। ਨਿਸ਼ਚੈਵਾਚਕ ਪੜਨਾਮ ਦੀ ਆਪਾਂ ਗੱਲ ਕਰ ਲਈ ਇੱਥੇ 5th ਨੰਬਰ ਦੀ, ਜੇ ਆਪਾਂ ਇੱਥੇ ਗੱਲ ਕਰ ਲਈਏ ਨਿਸ਼ਚੈਵਾਚਕ ਪੜਨਾਮ। ਦੇਖੋ ਜੀ ਜਿਹੜਾ ਨਿਸ਼ਚੈਵਾਚਕ ਪੜਨਾਮ ਹੁੰਦਾ ਇਹਦੇ ਵਿੱਚ ਕੀ ਹੋਏਗਾ, ਨਿਸ਼ਚੈਵਾਚਕ ਪੜਨਾਮ ਦੇ ਵਿੱਚ ਸਾਨੂੰ ਕਿਸੇ ਦੂਰ ਜਾਂ ਨੇੜੇ ਪਈ ਚੀਜ਼ ਵੱਲ ਨਿਸ਼ਚੈਪੂਰਵਕ ਗਿਆਨ ਹੋਵੇਗਾ। ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਵੀ ਮੋਹਨ ਗਾ ਰਿਹਾ ਹੈ, ਸੋ ਮੇਰਾ ਪੱਕਾ ਨਿਸ਼ਚਾ ਕਿ ਮੋਹਨ ਆ, ਠੀਕ ਹੈ, ਮੋਹਨ ਬੜਾ ਈਮਾਨਦਾਰ ਹੈ, ਆ ਮੇਰਾ ਵਸਤਾ ਹੈ, ਆ ਸਾਹਮਣੇ ਗੁਰੂ ਘਰ ਹੈ। ਸੋ ਇਹ ਜਿਹੜੇ ਸਾਰੇ ਸੈਂਟੈਂਸ ਨੇ ਇੱਥੇ ਕੀ ਆ, ਸਾਨੂੰ ਨਿਸ਼ਚੇ ਦੀ ਗੱਲ ਆਉਂਦੀ ਆ। ਜਾਂ ਆਪਾਂ ਆਹੀ ਸੈਂਟੈਂਸ ਨੂੰ ਲੈ ਲਈਏ, ਮੈਂ ਇੱਥੇ ਬੋਲਾਂ ਅੱਜ ਕਲਾਸ ਦੇ ਵਿੱਚ 10 ਜਿਹੜੇ ਵਿਦਿਆਰਥੀ ਗੈਰ ਹਾਜ਼ਰ ਸਨ, ਜਾਂ ਅੱਜ ਮੋਹਨ ਗੈਰ ਹਾਜ਼ਰ ਸੀ। ਸੋ ਇਸ ਕਰਕੇ ਉਹ ਮੇਰਾ ਕੀ ਹੋ ਗਿਆ, ਨਿਸ਼ਚਾ ਹੋ ਗਿਆ ਜੀ। ਆਈ ਥਿੰਕ ਤੁਹਾਨੂੰ ਇਹ ਸਮਝ ਲੱਗ ਗਿਆ ਹੋਣਾ। ਆਪਾਂ ਚੱਲਦੇ ਹਾਂ ਨੈਕਸਟ ਜਿਹੜੀ ਇਸ ਦੀ ਟਾਈਪਸ ਤੇ। ਅਗਲਾ ਜਿਹੜਾ ਹੈਗਾ ਜੀ ਸੰਬੰਧਵਾਚਕ ਪੜਨਾਮ। ਸੰਬੰਧਵਾਚਕ ਪੜਨਾਮ, ਦੇਖੋ ਜਿਹੜਾ ਸੰਬੰਧਵਾਚਕ ਪੜਨਾਮ ਹੈ ਇਹਦੇ ਨਾਮ ਤੋਂ ਕਲੀਅਰ ਹੋ ਰਿਹਾ ਸੰਬੰਧ ਕਿਹਦਾ ਜੋੜਦਾ, ਦੋ ਵਾਕਾਂ ਦਾ ਆਪਸ ਦੇ ਵਿੱਚ ਸੰਬੰਧ ਜੋੜਨ ਦੀ ਜਿਹੜੀ ਇਹ ਗੱਲ ਕਰਦਾਗਾ। ਸੋ ਜਿਹੜਾ ਸ਼ਬਦ ਪੜਨਾਮ ਹੋਵੇ ਤੇ ਨਾਲ ਦੀ ਨਾਲ ਹੀ ਦੋ ਵਾਕਾਂ ਵਿੱਚ ਸੰਬੰਧ ਜੋੜੇ, ਉਸ ਨੂੰ ਅਸੀਂ ਕੀ ਕਹਾਂਗੇ, ਸੰਬੰਧਵਾਚਕ ਪੜਨਾਮ। ਜਿਵੇਂ ਜਿਹੜਾ ਸ਼ਬਦ ਤੁਸੀਂ ਦੇਖ ਰਹੇ ਹੋ ਪੜਨਾਮ ਹੁੰਦਾ ਹੋਇਆ ਆਪਸ ਵਿੱਚ ਜੋੜਦਾ ਹੈ, ਠੀਕ ਹੈ, ਯੋਜਕ ਨਹੀਂ ਹੁੰਦੇ ਪਰ ਉਹ, ਠੀਕ ਹੈ। ਯੋਜਕ ਆਪਾਂ ਅੱਗੇ ਟੌਪਿਕ ਕਰਾਂਗੇ, ਯੋਜਕ ਹੁੰਦੇ ਜਿਵੇਂ ਪਰ ਅਤੇ ਕਿਉਂਕਿ ਕਿ, ਇਹ ਸਾਰੇ ਯੋਜਕ ਹੁੰਦੇ ਆ। ਇੱਥੇ ਕੀ ਹੋਏਗਾ, ਸੰਬੰਧਵਾਚਕ ਪੜਨਾਮ ਦੇ ਵਿੱਚ ਆਏਗਾ ਪੜਨਾਮ, ਪਰ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰੇਗਾ, ਠੀਕ ਹੈ। ਜਿਵੇਂ ਇੱਥੇ ਆਪਾਂ ਐਗਜ਼ਾਮਪਲ ਲੈਂਦੇ ਆ, ਅਜੀਤ ਉਸੇ ਮੁੰਡੇ ਦਾ ਨਾਂ ਹੈ ਜਿਹੜਾ ਬਹੁਤ ਸ਼ਰਾਰਤੀ ਹੈ। ਇੱਥੇ ਸ਼ਬਦ ਤੁਸੀਂ ਜਿਹੜਾ ਦੇਖ ਰਹੇ ਹੋ, ਜਿਹੜਾ ਕੀ ਹੋ ਗਿਆ ਜੀ, ਪੜਨਾਮ ਹੋ ਗਿਆ। ਇਸ ਕਰਕੇ ਅਜੀਤ ਉਸੇ ਮੁੰਡੇ ਦਾ ਨਾਂ ਜਿਹੜਾ ਬਹੁਤ ਸ਼ਰਾਰਤੀ ਹੈ ਦੇ ਵਿੱਚ ਜਿਹੜਾ ਸ਼ਬਦ ਜਿਹੜਾ ਹੋ ਗਿਆ ਸੰਬੰਧਵਾਚਕ ਪੜਨਾਮ ਹੈ। ਜਾਂ ਫਿਰ ਇੱਥੇ ਇੱਕ ਐਗਜ਼ਾਮਪਲ ਆਪਾਂ ਹੋਰ ਦੇਖਦੇ ਹਾਂ, ਇਹ ਉਹੀ ਵਿਅਕਤੀ ਹੈ ਜਿਸ ਨੇ ਚੋਰੀ ਕੀਤੀ ਸੀ। ਇੱਥੇ ਜਿਸ ਨੇ ਤੋਂ ਭਾਵ ਕੀ ਹੈ, ਕੋਈ ਵੀ ਹੋ ਸਕਦਾ। ਤਾਂ ਇਸ ਕਰਕੇ ਇਹ ਵੀ ਜਿਹੜਾ ਆਪਣਾ ਸੰਬੰਧਵਾਚਕ ਪੜਨਾਮ ਦੇ ਵਿੱਚ ਆਉਂਦਾ ਜੀ। ਨੈਕਸਟ, ਜੋ ਮਿਹਨਤ ਕਰਦੇ ਹਨ ਉਹ ਪਾਸ ਹੋ ਜਾਂਦੇ ਹਨ। ਤਾਂ ਇੱਥੇ ਜਿਹੜਾ ਉਹ ਸ਼ਬਦ ਕੀ ਹੋ ਗਿਆ ਜੀ, ਪੜਨਾਮ ਹੋ ਗਿਆ। ਸੋ ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਹੁੰਦਾਗਾ ਦੋ ਵਾਕਾਂ ਦੇ ਵਿੱਚ ਆਪਸੀ ਜਿਹੜਾ ਸੰਬੰਧ ਸਥਾਪਿਤ ਕਰਦਾ ਹੈ, ਕਿਹਦੇ ਵਾਂਗੂ ਜੀ, ਯੋਜਕ ਤੇ ਵਾਂਗ, ਠੀਕ ਹੈ। ਸੋ ਅੱਗੇ ਚੱਲਦੇ ਆਪਾਂ ਇਸ ਦੀ ਨੈਕਸਟ ਟਾਈਪਸ ਤੇ। ਅਗਲਾ ਹੈਗਾ ਜੀ ਪ੍ਰਸ਼ਨਵਾਚਕ ਪੜਨਾਮ। ਦੇਖੋ ਜੀ ਅਗਲਾ ਜਿਹੜਾ ਹੈਗਾ ਪ੍ਰਸ਼ਨਵਾਚਕ ਪੜਨਾਮ। ਪ੍ਰਸ਼ਨਵਾਚਕ ਪੜਨਾਮ ਕਾਫੀ ਜ਼ਿਆਦਾ ਸਿੰਪਲ ਜਿਹੜਾ ਉਹ ਪੜਨਾਮ ਆ। ਦੇਖੋ ਜੀ ਪ੍ਰਸ਼ਨਵਾਚਕ ਪੜਨਾਮ ਦੇ ਵਿੱਚ ਆਪਾਂ ਇਹਦੀ ਗੱਲ ਕਰ ਲਈ, ਪ੍ਰਸ਼ਨਵਾਚਕ, ਠੀਕ ਹੈ, 6 ਹੀ ਕਹਾਂਗੇ ਕਿਉਂਕਿ ਆਪਾਂ 5th ਉਧਰ ਕਰ ਚੁੱਕੇ ਹਾਂ ਨਿਸ਼ਚੈਵਾਚਕ। ਤਾਂ ਦੇਖੋ ਪ੍ਰਸ਼ਨਵਾਚਕ ਪੜਨਾਮ ਕਿਹੜਾ ਹੁੰਦਾਗਾ, ਪ੍ਰਸ਼ਨਵਾਚਕ ਪੜਨਾਮ ਦੇ ਵਿੱਚ ਕੀ ਹੋਏਗਾ, ਤਾਂ ਸਿੱਧੀ ਜੀ ਗੱਲ ਆ, ਪ੍ਰਸ਼ਨ ਪੁੱਛਿਆ ਜਾਵੇਗਾ, ਠੀਕ ਹੈ। ਜਿਸ ਤਰ੍ਹਾਂ ਆਪਾਂ ਪ੍ਰਸ਼ਨ ਉੱਤਰ ਵਿਧੀ ਕਰਦੇ ਹਾਂ, ਤਾਂ ਇੱਥੇ ਵੀ ਕੀ ਕੀਤਾ ਜਾਏਗਾ, ਪ੍ਰਸ਼ਨ ਪੁੱਛਣ ਦਾ ਗੱਲ ਕੀਤੀ ਜਾਏਗੀ। ਇਹਦੀ ਸਭ ਤੋਂ ਵੱਡੀ ਪਹਿਚਾਣ ਕੀ ਹੈ, ਪਿੱਛੇ ਜਾ ਕੇ ਇੰਟੈਰੋਗੇਟਿਵ ਲੱਗਿਆ ਹੋਵੇਗਾ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਆ, ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਨਾਲ ਹੀ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਹੋਣ। ਸੋ ਇਸ ਕਰਕੇ ਕੀ ਹੋਏਗਾ, ਇਹਦੇ ਵਿੱਚ ਹਮੇਸ਼ਾ ਕੀ ਆਏਗਾ, ਪੜਨਾਮ ਅੱਗੇ ਆਏਗਾ, ਪੜਨਾਮ ਅੱਗੇ ਆਏਗਾ ਤੇ ਨਾਲ ਦੀ ਨਾਲ ਕੋਈ ਨਾ ਕੋਈ ਕੁਐਸਚਨ ਪੁੱਟ ਕੀਤਾ ਜਾਵੇਗਾ। ਜਿਵੇਂ ਆਪਾਂ ਇੱਥੇ ਐਗਜ਼ਾਮਪਲ ਲੈ ਲਈਏ, ਕਿਹੜਾ ਗੱਲਾਂ ਕਰਦਾ ਸੀ, ਕਿਹੜਾ ਇੱਥੇ ਕੀ ਆ ਗਿਆ ਜੀ, ਪੜਨਾਮ। ਕਿਉਂਕਿ ਜੇਕਰ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲਾਈਏ, ਅਧਿਆਪਕ ਕਲਾਸ ਦੇ ਵਿੱਚ ਆਇਆ, ਉਸਨੇ ਬੱਚਿਆਂ ਨੂੰ ਕਿਹਾ ਕਿ ਵੀ ਕਿਹੜਾ ਗੱਲਾਂ ਕਰਦਾ ਸੀ, ਠੀਕ ਹੈ। ਤਾਂ ਉੱਥੇ ਕੀ ਆ, ਕਿਹੜਾ ਪੜਨਾਮ ਆ, ਕਿਸੇ ਲਈ ਵੀ ਵਰਤਿਆ ਜਾ ਸਕਦਾ, ਠੀਕ ਹੈ, ਉਹ ਕੋਈ ਵੀ ਹੋ ਸਕਦਾਗਾ। ਤਾਂ ਇਸ ਕਰਕੇ ਪਿੱਛੇ ਕੀ ਲੱਗਿਆ ਹੋਇਆ, ਇੰਟੈਰੋਗੇਟਿਵ ਚਿੰਨ੍ਹ। ਉਸ ਤੋਂ ਬਾਅਦ ਕਿਸ ਨੇ ਸੀਸਾ ਤੋੜਿਆ ਹੈ, ਇੱਥੇ ਵੀ ਕੀ ਹੈ ਜੀ, ਕਿਸ ਨੇ ਜਿਹੜਾ ਉਹ ਪੜਨਾਮ ਆ। ਤਾਂ ਇਸ ਕਰਕੇ ਇਹ ਜਿਹੜਾ ਸ਼ਬਦ ਸੀ ਜਿਹੜਾ ਆਪਣਾ ਪ੍ਰਸ਼ਨਵਾਚਕ ਪੜਨਾਮ ਸੀਗਾ, ਠੀਕ ਹੈ। ਤੋ ਇਸ ਕਰਕੇ ਜਿਹੜਾ ਪ੍ਰਸ਼ਨਵਾਚਕ ਦੇ ਕੀ ਹੁੰਦਾ, ਆਮ ਤੌਰ ਤੇ ਜਿਹੜਾ ਸਟਾਰਟਿੰਗ ਦੇ ਵਿੱਚ
पड़नाम आएगा तो नाल ही उस द्वारा की कुछ पुट किया जाएगा जी, प्रश्न पुट किया जा सकता सी। सो ये सी जिहड़ियां पड़नाम दीयां 6 किस्मां। एक बार आप इन्हां नूं रिवाइज करते हैं। सब तो पहला तुहानूं पता होना चाहिए पड़नाम की हुंदा गा। जिहड़े शब्द अक्सर आपां नाम की थां ते यूज करते हैं, नाम की थां ते वरतते हैं, उन्होंने असीं की कहने जी, पड़नाम। सैकेंडली पड़नाम दियां जिहड़ियां किन्नियां किस्मां हुंदियां ने जी, 6 किस्मां हुंदियां ने पड़नाम दियां, जिहदे विच इहदी पहली किस्म हैगी है जी पुरखवाचक पड़नाम। पुरखवाचक पड़नाम दे विच की हुंदा जी, इस नूं जिहड़ा केवल पुरखां लई वरतिया जांदा गा। इस दियां अगे 3 सब टाइप्स ने, उत्तम पुरख, मध्यम पुरख ते अन्य पुरख। नैक्सट आपां गल कीती सी निजवाचक पड़नाम दी। जदों सानूं पता लगे कि वाक दा करता जिहड़ा खुद काम कर रहा गा, ठीक है, जदों वाक दा करता खुद काम कर रहा, वो निश्चयवाचक निजवाचक पड़नाम की आपां गल करते सी। निजवाचक पड़नाम हुंदा जिस तरह मैं कहदा मैं मुंडे आपस में लड़ते हैं, मैं आप दिल्ली गया, ठीक है, मैं अपना काम खुद किया। सो इत्थे पता लगता कि जिहड़ा वाक दा करता वो खुद काम कर रहा। नैक्सट आपां गल कीती सी अनिश्चयवाचक पड़नाम की। अनिश्चयवाचक पड़नाम दे विच की हुंदा, जदों सानूं कोई पक्का ज्ञान ना होवे, पक्का निश्चय ना होवे, कोई चीज़ जो दूर भी हो सकती है तो नेड़े भी हो सकती है, तो उसनूं असीं की कहांगे, अनिश्चयवाचक पड़नाम। निश्चयवाचक पड़नाम दे विच आपां गल कीती सी कि जदों सानूं अपना दूर जां नेड़े पई चीज़ वाल निश्चयपूर्वक जिहड़ा ज्ञान होवे, उसनूं असीं निश्चयवाचक पड़नाम कहांगे। ये बड़े सिंपल है दोनों, निश्चयवाचक ते अनिश्चयवाचक। नैक्सट आपां गल कीती सी संबंधवाचक पड़नाम दी। संबंधवाचक पड़नाम की हुंदा, जिहड़े शब्द पड़नाम भी होण एंड योजक दे वांग दो वाकां नूं आपस दे विच उन्हां दा तालमेल, उन्हां नूं जोड़न दी गल करन, उन्हां नूं असीं की कहा सीगे, संबंधवाचक पड़नाम। एंड लास्ट जिहड़ी 6 स्टैप्स आ वो हैगी आ प्रश्नवाचक पड़नाम। प्रश्नवाचक पड़नाम दे विच की हुंदा गा, जिहड़ा जिस जो पड़नाम हुंदा वो आपां अगे लियावांगे ते पिछे इहदे इंटैरोगेटिव लावांगे तां प्रश्नवाचक पड़नाम की श्रेणी विच रखिया जावेगा। सो ये सी प्रश्नवाचक पड़नाम दीयां जिहड़ियां 6 किस्मां। काफ़ी ज़्यादा सिंपल टॉपिक आ, हर एक पेपर दे विच इत्थों जिहड़े क्वेश्चन पुट कीते जाते आ 1 तो लैके 2, बट कई बार स्टूडेंट इसनूं छोटी जी गलती नाल अपना वो 1 नंबर जिहड़ा गवा लैंदे ने। सो इस करके इसनूं बड़े ध्यान देण दी लोड़ आ। ते इस तो इलावा जदों तुसीं इस नूं एक बारी पढ़ लैंदे हो तो उस तो बाद इहदियां जिहड़ियां एग्जाम्पल्स ने वो तुहानूं अपने कोलों उसियां सोचण दी जिहड़ी वध तों वध कोशिश करनी चाहिदी आ। जेकर तुसीं वध तों वध एग्जाम्पलां जिहड़ियां देखदे हो तां जिहड़ा तुहाडे टॉपिक है जिहड़ा बिल्कुल क्लीयर हो जाता है। सो अज दी वीडियो दे विच आपां पड़नाम बारे गल कीती आ। सो मिलते हैं नैक्सट वीडियो दे विच विशेषण बारे, जो कि काफ़ी ज़्यादा इंपॉर्टेंट टॉपिक होगा तुहाडे लई विशेषण। जेकर वीडियो वधिया लगी तो इसनूं लाइक शेयर ते कमेंट जरूर करियो। सो थैंक यू वेरी मच। जय हिंद। मिलते हैं अगली वीडियो दे विच जल्दी।